वाहिगुरु साहिब जी। आसा महला पंजवा। नाम जपत मन तन सब हरिया। कलमल दोख सगल पर हरिया। सोई दिवस भला मेरे भाई। हर गुण गाए परम गत पाई रहा। साध जना के पूजे पैर। मिटे उपद्र है मन ते बैर। गुरपुरे मिल झगर चुकाया। पंच दूत सब वस गत आया। जिस मन वसया हर का नाम। नानक तिस ऊपर कुर्बान। नाम जपो मेरे साजन सैना। नाम बिना मैं अवर न कोई। वड्डे भाग गुरमुख हर लैना। ज़हरा ज़हूर हाजरा हजूर सर्व कला भरपूर समरथ गुरु। लोक परलोक दे रखियक भगत वशल ज्ञान दे सागर। गुरुआं दे गुरु। गुरुआं भगतां भट्टां और गुरु के प्यारे सिखां दी इलाही बाणी। बाणी जोत रूप दे विच शब्द रूप दे विच धन धन श्री गुरु ग्रंथ साहिब महाराज जी दी पावन पवित्र गोद दे विच गुरु शब्द दे नाल जुड़ बैठी देश प्रदेश जुड़ रही सत संगत। बहुत ही वड्डियां भागां वाले हाँ। गुरु साहब ने मेहर कीती है, दया कीती है। सवास चल रहे ने, उद्यम बख्शिया होया महाराज ने। इशनान महाराज ने दिता तन का। ते गुरु मेहर करे मन का भी इशनान हो जाए, मन भी निर्मल हो जाए। ते साडा उठना जागना सुनना करना जपना बोलना ये सारा ही सफल हो जाए, जां कह सकते हाँ प्रवान हो जाए। साडा बोलना सुनना देखना तकना करना सोचना ये सारा कुछ प्रवान तां ही हुंदा है। कहो कबीर मन मानिया। कहो कबीर मन मानिया। मन मानिया तो हर जाने। मन मान जाए, मन कबूल कर लवे, मन सच नूं कबूल कर लवे। जे मन ना मनिया, जिवें असीं किसी नूं मजबूर करीदा भी ये आ काम कर लै, वो कहंदा मैं नहीं करना, मेरा मन नहीं मनदा। ये चीज़ खा लै, कहंदा नहीं खानी क्योंकि मेरा मन नहीं मनदा। फलानी जगह चलिया जा, चल तेनों घुमा लियाईए,
ਚੱਲ ਮੇਰੇ ਨਾਲ। ਕਹਿੰਦਾ ਮੈਂ ਉੱਥੇ ਨਹੀਂ ਜਾਣਾ, ਮੇਰਾ ਮਨ ਨਹੀਂ ਮੰਨਦਾ। ਮਨ ਮਾਨਿਆ ਤਾਂ ਹਰ ਜਾਣਿਆ। ਜੇ ਮੇਰਾ ਮਨ ਕਹਿੰਦਾ ਪ੍ਰੀਤਮ ਹੈ, ਰੱਬ ਹੈ, ਮੇਰੇ ਅੰਦਰ ਉੱਠਣ ਦਾ ਚਾਅ ਜਾਗੇਗਾ ਵੀ ਉਦਮ ਕਰਾਂ, ਇਸ਼ਨਾਨ ਕਰਾਂ, ਕਿਉਂਕਿ ਰੱਬ ਹੈ। ਜੇ ਮੇਰੇ ਮਨ ਨੇ ਜਵਾਬ ਦੇ ਦਿੱਤਾ ਵੀ ਰੱਬ ਨਹੀਂ ਹੈ, ਰੱਬ ਇੱਕ ਕਲਪਨਾ ਹੈ, ਤੇ ਫਿਰ ਮੈਂ ਕਹਿਣਾ ਵੀ ਮੈਂ ਆਪਣਾ ਸਮਾਂ ਕਿਉਂ ਵੇਸਟ ਕਰਾਂ। ਇਕਾਂਤ ਸਵੈ ਪੜਚੋਲ, ਧਿਆਨ ਦੇਣਾ। ਇਕਾਂਤ ਸਵੈ ਪੜਚੋਲ ਮਨੁੱਖ ਨੂੰ ਕੁਝ ਸਿਖਾਉਂਦੀ ਹੈ। ਚਲੋ ਕਿਸੇ ਨੇ ਰੱਬ ਦਾ ਨਾਮ ਨਾ ਵੀ ਲੈਣਾ ਹੋਵੇ ਨਾ, ਇਕੱਲਾ ਬਹਿ ਜਾਏ ਔਰ ਚੁੱਪ ਕਰਕੇ ਸ਼ਾਂਤ ਹੋ ਕੇ ਰਿਲੈਕਸ ਹੋ ਕੇ ਬਹਿ ਜਾਏ, ਚੌਂਕੜਾ ਮਾਰ ਕੇ ਬਹਿ ਜਾਏ, ਨਾ ਰਾਮ ਕਹਿ ਨਾ ਵਾਹਿਗੁਰੂ ਕਹਿ, ਕੁਝ ਵੀ ਨਾ ਕਹਿ, ਉੱਦਾਂ ਹੀ ਬਹਿ ਜਾ। ਕੁਦਰਤ ਦੇ ਵਿੱਚ ਇੱਕ ਸ਼ਕਤੀ ਹੈ, ਕੁਦਰਤ ਇੱਕ ਸ਼ਕਤੀ ਹੈ। ਉਸਨੇ ਆਪਣੇ ਆਪ ਹੀ ਅੰਦਰ ਐਸਾ ਖਿਆਲ ਤੇ ਵਿਚਾਰ ਲਿਆਉਣਾ ਸ਼ੁਰੂ ਕਰ ਦੇਣਾ। ਇਕਾਂਤ ਨੇ ਇਸ ਨੂੰ ਸਵੈ ਪੜਚੋਲ ਕਰਨ ਦੇ ਲਈ ਮਜਬੂਰ ਕਰ ਦੇਣਾ, ਤੇ ਇਹਦਾ ਆਪਣਾ ਆਪ ਸੁਧਰਨਾ ਸ਼ੁਰੂ ਹੋ ਜਾਣਾ। ਧਿਆਨ ਦੇਣਾ। ਜਿਹੜਾ ਬੰਦਾ ਆਪਣੇ ਆਪ ਨੂੰ ਸਵਾਰਨ ਲੱਗ ਜਾਂਦਾ ਹੈ ਜਾਂ ਆਪਣੇ ਆਪ ਨੂੰ ਵਿਚਾਰਨ ਲੱਗ ਜਾਂਦਾ ਹੈ, ਉਹ ਇੱਕ ਦਿਨ ਸਫਲ ਹੋ ਜਾਂਦਾ ਹੈ। ਧਿਆਨ ਦੇਣਾ। ਜਿਹੜਾ ਬੰਦਾ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ ਹੈ, ਆਪਣੇ ਆਪ ਨੂੰ ਨਿਖਾਰਨਾ ਸ਼ੁਰੂ ਕਰ ਦਿੰਦਾ ਹੈ, ਉਹ ਇੱਕ ਦਿਨ ਖਾਸ ਬਣ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਆਪ ਨੂੰ ਵੇਖਦਾ ਨਹੀਂ, ਆਪਣੇ ਆਪ ਨੂੰ ਵੇਖਦਾ ਨਹੀਂ, ਨਿਆਣਾ ਦੂਜੀ ਤੀਜੀ ਚੌਥੀ ਵਿੱਚ ਹੋ ਜਾਏ, ਅਸੀਂ ਦੇਖਦੇ ਹਾਂ ਬੱਚਾ 5ਵੀਂ 'ਚ ਪ੍ਰਾਇਮਰੀ 'ਚ, 7ਵੀਂ 8ਵੀਂ 'ਚ ਹੋ ਜਾਏ, ਪਤਾ ਲੱਗ ਜਾਂਦਾ ਮਿਡਲ ਵਿੱਚ ਆ ਗਿਆ। 9ਵੀਂ 10ਵੀਂ ਵਿੱਚ ਪੜ੍ਹਦਾ ਹੋਵੇ, ਕਹਿੰਦੇ ਆ ਵੀ ਮੈਟ੍ਰਿਕ ਕਰ ਰਿਹਾ, ਹਾਇਰ ਸੈਕੰਡਰੀ ਅੱਗੇ ਕਰ ਰਿਹਾ, ਸੀਨੀਅਰ ਸੈਕੰਡਰੀ ਕਰ ਰਿਹਾ, ਤੇ ਜੇ ਸਾਨੂੰ ਤੁਰਦਿਆਂ ਨੂੰ ਪਤਾ ਹੀ ਨਹੀਂ ਵੀ ਤੁਰੇ ਕਿੱਥੋਂ ਆ ਤੇ ਤੁਰ ਕਿੱਧਰ ਰਹੇ ਆ ਤੇ ਪਹੁੰਚਣਾ ਕਿੱਥੇ ਹੈ, ਤੇ ਫਿਰ ਸਾਡੀ ਮੰਜ਼ਿਲ ਜਿਹੜੀ ਹੈ ਉਹ ਦੂਰ ਹੀ ਦੂਰ ਹੈ। ਜਦ ਸਾਡਾ ਕੋਈ ਰਸਤਾ ਹੀ ਨਹੀਂ, ਸਾਡਾ ਕੋਈ ਏਮ ਹੀ ਨਹੀਂ, ਸਾਡਾ ਕੋਈ ਮਕਸਦ ਹੀ ਨਹੀਂ ਹੈ। ਜੇ ਤੁਸੀਂ ਇੱਥੇ ਸੰਗਤ ਵਿੱਚ ਬੈਠੇ ਹੋ ਜਾਂ ਮੇਰੇ ਵੀਰ ਦੇਸ਼ ਪ੍ਰਦੇਸ਼ ਸੁਣ ਰਹੇ ਨੇ, ਜਿੱਥੇ ਵੀ ਕੋਈ ਬੈਠਾ ਆਪਣੇ ਏਮ, ਕਾਰਨ ਜਾਂ ਮਕਸਦ ਨੂੰ ਲੈ ਕੇ ਬੈਠਾ ਹੈ। ਜ਼ਿੰਦਗੀ ਇੱਕ ਵੈਸੇ ਮਕਸਦ ਹੈ, ਬਾਣੀ ਵਿੱਚ ਲਿਖਿਆ, ਬਾਣੀ ਵਿੱਚ ਲਿਖਿਆ ਪ੍ਰਯੋਜਨ। ਵਿਦਵਾਨ ਦੱਸਦੇ ਨੇ ਪ੍ਰਯੋਜਨ ਮਨੁੱਖਾ ਜਨਮ ਦਾ ਇੱਕ ਪ੍ਰਯੋਜਨ ਹੈ, ਏਮ ਹੈ। ਉਹ ਦੁਨਿਆਵੀ ਚੀਜ਼ਾਂ ਜਿਹੜੀਆਂ ਨੇ, ਦੁਨਿਆਵੀ ਫਰਜ਼ ਜਿਹੜੇ ਨੇ, ਉਹ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ, ਉਹ ਇੱਕ ਅਲੱਗ ਵਿਸ਼ਾ, ਇੱਕ ਅਲੱਗ ਪੱਖ ਹੈ। ਰੂਹਾਨੀਅਤ, ਅਧਿਆਤਮਕਵਾਦ ਇੱਕ ਅਲੱਗ ਪੱਖ ਹੈ। ਪੱਖ ਸਾਰੇ ਜ਼ਰੂਰੀ ਨੇ। ਰੱਬ ਨੂੰ ਪਾਉਣ ਦੇ ਲਈ ਦੁਨੀਆ ਦੇ ਵਿੱਚ ਉਤਰਨਾ ਪੈਂਦਾ। ਧਿਆਨ ਦੇਣਾ। ਰੱਬ ਨੇ ਸਾਨੂੰ ਬ੍ਰਹਮਚਾਰੀ, ਸਾਡੇ ਗੁਰੂਆਂ ਨੇ ਸਾਨੂੰ ਬ੍ਰਹਮਚਾਰੀ, ਕੋਈ ਸੰਨਿਆਸੀ ਜਾਂ ਇੱਦਾਂ ਦੇ ਤਿਆਗੀ ਨਹੀਂ ਬਣਾਇਆ ਵੀ ਅਸੀਂ ਕੋਈ ਸਪੈਸ਼ਲ ਜਗ੍ਹਾ 'ਤੇ ਜਾ ਕੇ ਰੱਬ ਨੂੰ ਯਾਦ ਕਰਨਾ, ਆਪਣੀ ਮੰਜ਼ਿਲ ਨੂੰ ਲੱਭਣਾ। ਨਹੀਂ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ। ਇਸ ਸੰਸਾਰ ਦੇ ਵਿੱਚ ਹੀ ਰਹਿ ਕੇ, ਇਸ ਸੰਸਾਰ ਦੇ ਵਿੱਚ ਵਿਚਰ ਕੇ ਹੀ ਚੰਗਿਆਂ ਨੂੰ ਵੀ ਮਿਲਣਾ ਹੈ, ਭੈੜਿਆਂ ਨੇ ਵੀ ਸਾਨੂੰ ਮਿਲਣਾ ਹੈ। ਸਾਰਿਆਂ ਦੇ ਕੋਲ ਬਹਿ ਕੇ ਰਹਿ ਕੇ ਅਸੀਂ ਆਪਣੇ ਆਪ ਨੂੰ ਨਿਰਲੇਪ ਰੱਖਣਾ, ਨਿਰਪੱਖ ਰੱਖਣਾ, ਆਪਣੇ ਆਪ ਨੂੰ ਸੋਹਣਾ ਰੱਖਣਾ, ਚੰਗਾ ਰੱਖਣਾ। ਆਪਣੇ ਆਪ ਨੂੰ ਦੂਸਰੇ ਨੂੰ ਦੇਖ ਕੇ ਆਪਣਾ ਆਪ ਨਹੀਂ ਵਿਗਾੜਨਾ, ਤੇ ਅਸੀਂ ਆਪਣੀ ਮੰਜ਼ਿਲ ਵੱਲ ਵੱਧਦੇ ਰਹਾਂਗੇ, ਲਾਗੇ ਲਾਗੇ ਹੁੰਦੇ ਜਾਵਾਂਗੇ ਗੁਰੂ ਦੇ।
ਜੇ ਅਸੀਂ ਕਿਸੇ ਵੱਲ ਦੇਖ ਕੇ ਆਪਣੇ ਆਪ ਨੂੰ ਵਿਗਾੜ ਲਿਆ, ਆਪਣੇ ਸੁਭਾਅ ਨੂੰ ਵਿਗਾੜ ਲਿਆ, ਵਿਚਾਰਾਂ ਨੂੰ ਵਿਗਾੜ ਲਿਆ, ਆਪਣੇ ਪਰਿਵਾਰ ਘਰ ਨੂੰ ਵਿਗਾੜ ਲਿਆ, ਆਪਣੇ ਸੰਸਾਰ ਨੂੰ ਵਿਗਾੜ ਲਿਆ, ਤੇ ਧਿਆਨ ਦੇਣਾ, ਜਿੱਥੇ ਗੱਡੀ ਖਰਾਬ ਹੋ ਜੇ ਉੱਥੇ ਹੀ ਖੜ ਜਾਂਦੀ ਹੈ। ਗੱਡੀ ਚੱਲਦੀ ਹੋਈ ਮੰਜ਼ਿਲ ਤੇ ਪਹੁੰਚਦੀ ਹੈ ਜਾਂ ਰੁਕੀ ਹੋਈ? ਜਦੋਂ ਮਨੁੱਖ ਵਿਚਾਰਾਂ ਦੇ ਨਾਲ, ਮਾੜੇ ਕਰਮਾਂ ਦੇ ਨਾਲ ਆਪਣੇ ਆਪ ਨੂੰ ਬਿਲਕੁਲ ਡਾਊਨ ਕਰ ਲੈਂਦਾ, ਖਰਾਬ ਕਰ ਲੈਂਦਾ। ਜਿਵੇਂ ਖਰਾਬ ਗੱਡੀ ਲੋਕੀ ਛੱਡ ਕੇ ਦੂਜੀ ਗੱਡੀ ਫੜ ਲੈਂਦੇ ਨੇ, ਖਰਾਬ ਜਹਾਜ਼ ਛੱਡ ਕੇ ਦੂਜੀ ਫਲਾਈਟ ਲੈ ਲੈਂਦੇ ਨੇ, ਖਰਾਬ ਰੇਲ ਗੱਡੀ ਛੱਡ ਕੇ ਦੂਜੀ ਰੇਲ ਗੱਡੀ ਫੜ ਲੈਂਦੇ ਨੇ। ਆਪਣੀ ਗੱਡੀ ਖਰਾਬ ਹੋ ਜਾਏ ਤੇ ਕਿਰਾਏ 'ਤੇ ਲੈ ਲੈਂਦੇ ਨੇ ਖਰਾਬ ਗੱਡੀ, ਮਤਲਬ ਚੱਲਦੀ ਨਹੀਂ। ਜਿਸ ਦੀ ਸੋਚ ਖਰਾਬ ਹੋ ਜਾਏ, ਜਿਸ ਦਾ ਮਨ ਖਰਾਬ ਹੋ ਜਾਏ, ਉਸ ਦੇ ਜੀਵਨ ਦੀ ਗੱਡੀ ਵੀ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਖੜ ਜਾਂਦੀ ਹੈ, ਉਹ ਅੱਗੇ ਵੱਧਦੀ ਨਹੀਂ। ਇਸ ਕਰਕੇ ਜੀਵਨ ਰੂਪੀ ਗੱਡੀ ਜਿਹੜੀ ਹੈ ਇਹ ਖਰਾਬ ਨਾ ਹੋਵੇ, ਚਲਦੀ ਰਹੇ। ਇਹਦੇ ਲਈ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਆਪ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਸ਼ੁੱਧ ਜਾਂ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਸਾਡੀ ਗੱਡੀ ਜਿਹੜੀ ਹੈ ਸਾਡੀ ਮੰਜ਼ਿਲ ਵੱਲ ਵਧੇਗੀ। ਨਹੀਂ ਤੇ ਮੰਜ਼ਿਲ ਦੂਰ ਹੋ ਜਾਏਗੀ ਜੇ ਗੱਡੀ ਖੜ ਗਈ। ਜੇ ਗੱਡੀ ਖਰਾਬ ਹੋ ਗਈ, ਮਤਲਬ ਜੇ ਸਾਡਾ ਵਿਚਾਰ, ਸਾਡੀ ਸੋਚ, ਸਾਡਾ ਮਨ ਖਰਾਬ ਹੋ ਗਿਆ, ਤੇ ਸਾਡੀ ਉਹ ਯਾਤਰਾ ਜਿਹੜੀ ਹੈ, ਜੀਵਨ ਯਾਤਰਾ ਕਹਿ ਸਕਦੇ ਹਾਂ, ਆਤਮਿਕ ਯਾਤਰਾ ਵੀ ਕਹਿ ਸਕਦੇ ਹਾਂ, ਉਹ ਸੰਪੂਰਨ ਨਹੀਂ ਹੋ ਸਕਦੀ, ਉਹ ਅਧੂਰੀ ਰਹਿ ਜਾਏਗੀ। ਤੇ ਅਧੂਰੀ ਜਿਹੜੀ ਚੀਜ਼ ਜਿਹੜੀ ਹੈ ਨਾ, ਉਹ ਕਿਸੇ ਕੰਮ ਨਹੀਂ ਆਉਂਦੀ, ਕਿਸੇ ਅਰਥ ਨਹੀਂ ਆਉਂਦੀ। ਮਕਾਨ ਬਣਾਉਣ ਦਾ ਬਜਟ 1 ਕਰੋੜ ਦਾ, 50 ਲੱਖ ਲਾ ਕੇ ਛੱਡ ਦਿਓ ਕੰਮ ਦਾ, ਧਿਆਨ ਦੇਣਾ। ਭਾਵੇਂ 50 ਲੱਖ ਰੁਪਈਆ ਖਰਚ ਜੇਬ ਦੇ ਵਿੱਚੋਂ ਕਰ ਦਿੱਤਾ ਹੈ, ਉਹ ਤਿਆਰ ਹੋਣਾ 1 ਕਰੋੜ ਦੇ ਨਾਲ। ਜੇ ਵਿੱਚੋਂ ਹੀ ਅੱਧ ਵਿਚਕਾਰੋਂ ਛੱਡ ਦਿੱਤਾ ਜਾਵੇ, ਉਹ ਕੀ ਫਾਇਦਾ ਦੇਵੇਗਾ? ਕਿ ਉਸ ਦੀ ਛੱਤ ਹੇਠਾਂ ਰਹਿ ਸਕਾਂਗੇ, ਸਹੂਲਤਾਂ ਮੰਨ ਸਕਾਂਗੇ? ਇੱਕ ਪਾਣੀ ਦੀ ਟੈਂਕੀ ਰਹਿ ਜਾਏ ਨਾ, ਸਾਰਾ ਕੁਝ ਬਣ ਜਾਏ, ਧਿਆਨ ਦੇਣਾ। ਸਾਰੀ ਕੋਠੀ ਘਰ ਬਣ ਜਾਏ, ਇੱਕ ਪਾਣੀ ਦੀ ਟੈਂਕੀ ਨਾ ਲੱਗੇ ਤੇ ਬੰਦਾ ਤਾਂ ਵੀ ਨਹੀਂ ਰਹਿ ਸਕਦਾ। ਸਭ ਕੁਝ ਜ਼ਰੂਰੀ ਹੈ। ਇੱਕ ਦੁਨਿਆਵੀ ਘਰ ਦੇ ਵਿੱਚ ਬੰਦਾ ਕਰੋੜ ਰੁਪਈਆ ਖਰਚ ਕਰਕੇ ਜੇ ਇੱਕ ਪਾਣੀ ਦੀ ਟੈਂਕੀ ਤੇ ਰਹਿ ਜਾਏ ਤੇ ਘਰ ਵਿੱਚ ਰਹਿ ਨਹੀਂ ਸਕਦਾ, ਜੀਵਨ ਨਹੀਂ ਵਧੀਆ ਗੁਜ਼ਰ ਸਕਦਾ। ਤੇ ਧਿਆਨ ਦੇਣਾ, ਤੇ ਜਿਸ ਦਾ ਜੀਵਨ ਹੀ ਸਾਰਾ ਅਧੂਰਾ ਹੈ, ਘਰ ਅਧੂਰਾ ਅਸੀਂ ਰਹਿ ਨਹੀਂ ਨਾ ਸਕਦੇ। ਘਰ ਨੂੰ ਪਲਸਤਰ ਨਾ ਹੋਵੇ, ਫਰਸ਼ ਨਾ ਪਿਆ ਹੋਵੇ, ਬਾਥਰੂਮ ਤਿਆਰ ਨਾ ਹੋਵੇ, ਕਿਚਨ ਤਿਆਰ ਨਾ ਹੋਵੇ, ਅਸੀਂ ਨਹੀਂ ਰਹਿ ਸਕਦੇ। ਅਧੂਰੇ ਘਰ ਵਿੱਚ ਕੋਈ ਰਹਿੰਦਾ? ਕਦੇ ਵੀ ਨਹੀਂ ਰਹਿੰਦਾ। ਸਾਡਾ ਹਿਰਦਾ ਇੱਕ ਘਰ ਹੈ, ਸਾਡਾ ਹਿਰਦਾ ਜਿਹੜਾ ਨਾ ਇੱਕ ਘਰ ਹੈ। ਜੇ ਸਾਡਾ ਅਧੂਰਾ ਹਿਰਦਾ ਰਿਹਾ, ਕੀ ਗੁਰੂ ਉਸ ਘਰ ਦੇ ਵਿੱਚ ਦਸਤਕ ਦੇਵੇਗਾ? ਜਦ ਡਰਾਇੰਗ ਰੂਮ ਹੀ ਨਹੀਂ ਤਿਆਰ, ਜਦ ਖਾਣ ਪੀਣ ਵਾਸਤੇ ਕਿਚਨ ਹੀ ਨਹੀਂ ਤਿਆਰ, ਤੇ ਕੋਈ ਆ ਕੇ ਕਿਉਂ ਸਾਡੇ ਘਰ ਬੈਠੇਗਾ ਜੀ? ਜੇ ਸਾਡੇ ਅੰਦਰ ਹਿਰਦੇ ਦੇ ਵਿੱਚ ਪ੍ਰੇਮ, ਸ਼ਰਧਾ, ਸਿਦਕ, ਸਬਰ, ਭਰੋਸਾ ਨਹੀਂ ਹੈ, ਹਿਰਦੇ ਰੂਪੀ ਮਕਾਨ ਹੀ ਅਧੂਰਾ ਹੈ। ਤੇ ਜਿਹੜਾ ਸਾਡਾ ਇਸ਼ਟ ਹੈ, ਜਿਹੜਾ ਸਾਡਾ ਗੌਡ ਹੈ, ਜਿਹੜਾ ਸਾਡਾ ਫਾਦਰ ਹੈ, ਜਿਹੜਾ ਸਾਡਾ ਰੱਬ ਹੈ, ਜਿਹੜਾ ਸਾਡਾ ਰਾਮ ਹੈ, ਵਾਹਿਗੁਰੂ ਹੈ, ਅੱਲਾ ਹੈ, ਉਹ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਕਦੋਂ ਆ ਕੇ ਬੈਠੇਗਾ? ਇਹ ਮਨ ਸੁੰਦਰ ਹੈ ਆਪਣਾ, ਇਸ ਮਨ ਨੂੰ, ਇਸ ਹਿਰਦੇ ਨੂੰ ਸੋਹਣਾ ਸੁੰਦਰ ਬਣਾ, ਕਿਉਂਕਿ ਇੱਥੇ ਆ ਕੇ ਮਾਲਕ ਨੇ ਵਸਣਾ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ। ਫਿਰ ਉਸ ਘਰ ਨੂੰ ਸੁੰਦਰ ਬਣਾ। ਗੁਰੂ ਸਾਹਿਬ ਜੀ ਕਹਿੰਦੇ, ਜਿੱਥੇ ਤੂੰ ਆਪਣੇ ਪਿਆਰੇ ਨੂੰ ਲਿਆਉਣਾ ਚਾਹੁੰਦਾ, ਜਿੱਥੇ ਆਪਣੇ ਮਾਲਕ ਨੂੰ ਵਸਾਉਣਾ ਚਾਹੁੰਦਾ, ਜਿਸ ਦੇ ਘਰ ਦੇ ਵਿੱਚ ਮਾਲਕ ਆ ਗਿਆ ਨਾ, ਫਿਰ ਬਾਣੀ ਦੀ ਇਹ ਪੰਕਤੀ ਪੂਰੀ ਹੋ ਜਾਣੀ ਹੈ। ਘਰ ਸੁਖ ਵਸਿਆ
ਬਾਹਰ ਸੁਖ ਪਾਇਆ। ਉਹ ਜਦੋਂ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਮਾਲਕ ਆ ਗਿਆ, ਫਿਰ ਅੰਦਰੋਂ ਵੀ ਤੇ ਬਾਹਰੋਂ ਵੀ, ਜਾਂ ਇੰਝ ਵੀ ਕਹਿ ਸਕਦੇ ਹਾਂ ਲੋਕ ਵੀ ਤੇ ਪਰਲੋਕ ਵੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਮਤਲਬ ਮਨ ਸਹੀ ਚਾਹੀਦਾ, ਖਰਾਬ ਨਹੀਂ ਚਾਹੀਦਾ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਥਾਲੀ ਵਿੱਚ ਭਾਵੇਂ 6 ਕੌਲੀਆਂ ਕਿਉਂ ਨਾ ਰੱਖੀਆਂ ਹੋਣ, ਜਦ ਮਨ ਖਰਾਬ ਹੋਵੇ, ਬੁਖਾਰ ਹੋਵੇ, ਬੰਦਾ ਕਹਿੰਦਾ ਨਹੀਂ ਖਾਣਾ, ਨਹੀਂ ਰੋਟੀ ਖਾਣੀ, ਉਹਨੂੰ ਜ਼ੋਰ ਲਾ ਲਈਦਾ ਵੀ ਅੱਧੀ ਖਾ ਲੈ, ਉਹ ਕਹਿੰਦਾ ਨਹੀਂ ਖਾਣੀ, ਲੰਘਦੀ ਨਹੀਂ। ਮਨ ਖਰਾਬ ਹੈ, ਕਾਹਦੇ ਨਾਲ? ਬੁਖਾਰ ਕਰਕੇ। ਅਤੇ ਜਦੋਂ ਹੁੰਦਾ ਤੰਦਰੁਸਤ, ਕੰਮ ਕਰਕੇ ਆਉਂਦਾ, ਭੁੱਖ ਲੱਗੀ ਹੁੰਦੀ ਹੈ, ਅਤੇ ਕਹਿੰਦਾ ਕੋਈ ਸਵੇਰ ਦੀ ਪਈ ਹੋਵੇ, ਜੇ ਸ਼ਾਮਾਂ ਪਈਆਂ ਕਿ ਦੁਪਹਿਰ ਦੀ ਪਈ ਹੋਵੇ, ਇਹ ਹੀ ਲੈ ਆਓ, ਉਹ ਹੀ ਬਹੁਤ ਸਵਾਦ ਲੱਗਦੀ ਹੈ। ਮਨ ਮਾਨਿਆ ਤਾਂ ਹਰ ਜਾਣਿਆ। ਜੇ ਮਨ ਨੂੰ ਭੁੱਖ ਲੱਗੀ ਤੇ ਉਹਨੇ ਸੁੱਕੀ ਵੀ ਪ੍ਰਵਾਨ ਕੀਤੀ, ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ। ਤੇ ਜੇ ਮਨ ਨੇ ਅੰਦਰ ਪਿਆਸ ਭੁੱਖ ਜਗਾਈ ਨਾ, ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਚੰਗੀ ਨਹੀਂ ਲੱਗੀ। ਧਿਆਨ ਦੇਣਾ, ਜੇ ਮਨ ਨੂੰ ਪਿਆਸ ਨਹੀਂ ਜਾਗੀ, ਦਰਸ ਤੇਰੇ ਕੀ ਪਿਆਸ ਮਨ ਲੱਗੀ। ਜੇ ਮਨ ਨੂੰ ਪਿਆਸ ਨਾ ਲੱਗੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵੀ ਇਸ ਦੀ ਪਿਆਸ ਨਹੀਂ ਬੁਝਾਉਣੀ, ਇਹਨੂੰ ਫਾਇਦਾ ਨਹੀਂ ਦੇਣਾ। ਜੇ ਪਿਆਸ ਲੱਗੀ ਹੈ ਤੇ ਗਲੀ ਵਿੱਚ ਜਾਂਦਿਆਂ ਹੋਇਆ ਹੀ ਕੋਈ ਸ਼ਬਦ ਕਹਿ ਗਿਆ ਨਾ, ਕੋਈ ਚੰਗਾ ਸ਼ਬਦ, ਬਾਣੀ ਦਾ ਸ਼ਬਦ, ਉਸ ਨੂੰ ਹੀ ਮਨ ਨੇ ਕਬੂਲ ਕਰ ਲੈਣਾ ਵੀ ਇਹ ਵੀ ਰਸਨਾ ਦੇ ਵਿੱਚੋਂ ਨਿਕਲਿਆ ਸ਼ਬਦ ਚੰਗਾ ਹੈ। ਕਿਉਂਕਿ ਪਿਆਸ ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸਹੀ ਖਾਏ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਸੋ ਇਸ ਕਰਕੇ ਸਾਧ ਸੰਗਤ, ਮਨ ਨੂੰ ਬਹੁਤ ਪਿਆਰਾ ਬਣਾਉਣਾ। ਮਨ ਤਾਂ ਪਿਆਰਾ ਬਣਦਾ ਹੈ ਜੇ ਸੋਚ ਵਿਚਾਰ ਪਿਆਰੇ ਬਣਨਗੇ, ਅਤੇ ਆਲਰੇਡੀ ਆਟੋਮੈਟਿਕਲੀ ਮਨ ਫਿਰ ਸੁਚੱਜਾ ਸਾਫ ਤੇ ਰਹੇਗਾ ਹੀ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਇਸ ਤਰ੍ਹਾਂ ਦਾ ਹੀ ਵਿਚਾਰ ਰੱਖ ਰਹੇ ਨੇ। ਨਾਮ ਜਪਤ ਮਨ ਤਨ ਸਭ ਹਰਿਆ। ਵੀ ਜੋ ਮਨੁੱਖ ਆਤਮਿਕ ਜੀਵਨ ਵਾਲਾ ਹੁੰਦਾ, ਜਿਹੜਾ ਪਰਮੇਸ਼ਰ ਦੇ ਨਾਲ ਟੱਚ ਰਹਿੰਦਾ, ਜੁੜਿਆ ਰਹਿੰਦਾ, ਸ਼ਬਦ ਨਾਲ ਜੁੜਿਆ ਰਹਿੰਦਾ, ਸੱਚ ਨਾਲ ਜੁੜਿਆ ਰਹਿੰਦਾ, ਸੱਚਾਈ ਨਾਲ ਜੁੜਿਆ ਰਹਿੰਦਾ, ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਉਹਦਾ ਹਿਰਦਾ ਹਰਿਆ ਹਰਿਆ ਰਹਿੰਦਾ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਉਹਦਾ ਮਨ ਜਿਹੜਾ ਹੈ ਹੱਸਦਾ ਰਹਿੰਦਾ, ਖੁਸ਼ ਰਹਿੰਦਾ। ਹਰੇ ਭਰੇ ਦਾ ਮਤਲਬ ਖੁਸ਼ਹਾਲ ਹੁੰਦਾ, ਖੁਸ਼ ਹੁੰਦਾ। ਨਾਮ ਜਪਤ ਮਨ ਤਨ ਸਭ ਹਰਿਆ। ਅਤੇ ਉਹਦਾ ਮਨ ਵੀ ਅਤੇ ਉਹਦਾ ਤਨ ਵੀ ਦੋਵੇਂ ਹੀ ਐਨ ਨਿਖਰੇ ਰਹਿੰਦੇ ਨੇ। ਮਤਲਬ ਕਹਿਣ ਦਾ ਵੀ ਬਿਲਕੁਲ ਰਿਲੈਕਸ ਰਹਿੰਦੇ ਨੇ, ਤੰਦਰੁਸਤ ਰਹਿੰਦੇ ਨੇ ਔਰ ਖੁਸ਼ ਰਹਿੰਦੇ ਨੇ। ਮਨ ਕਰਕੇ ਵੀ ਅਤੇ ਤਨ ਕਰਕੇ ਵੀ ਉਹ ਇਨਸਾਨ ਹਮੇਸ਼ਾ ਖੁਸ਼ ਰਹਿੰਦਾ ਹੈ, ਜਿਸ ਨੂੰ ਨਾਮ ਜਪਤ ਕਰਕੇ ਆਤਮਿਕ ਜੀਵਨ ਮਿਲ ਜਾਂਦਾ ਹੈ। ਜਿਹਨੇ ਆਤਮਿਕ ਰਸ ਨੂੰ ਜਾਣਿਆ, ਉਹਨੇ ਹੀ ਪ੍ਰਮਾਤਮਾ ਨੂੰ ਜਾਣਿਆ। ਜਿਹਨੂੰ ਆਤਮਿਕ ਰਸ ਨਹੀਂ ਆਇਆ, ਉਹਨੂੰ ਪਰਮ ਪਿਤਾ ਪਰਮੇਸ਼ਰ ਨਹੀਂ ਯਾਦ ਆਇਆ। ਧਿਆਨ ਦੇਣਾ, ਜਦੋਂ ਅਸੀਂ ਕਿਸੇ ਦੁਆਰਾ ਸੋਹਣੀ ਬਣਾਈ ਰੋਟੀ ਜਾਂ ਖਾਣਾ ਖਾਂਦੇ ਹਾਂ, ਅਸੀਂ ਕਈ ਵਾਰ ਕਹਿੰਦੇ ਹਾਂ ਵੀ ਇਹ ਖਾਣਾ ਜੇ ਬਣਾਇਆ ਹੋਇਆ ਲਿਆਂਦਾ ਅਤੇ ਕਿਹੜੇ ਹੋਟਲ 'ਚੋਂ ਲਿਆਂਦਾ, ਜਾਂ ਕਹਿ ਦਈਦਾ ਵੀ ਇਹ ਜਿਹੜੀ ਘਰ ਦੇ ਵਿੱਚ ਕਿਸ ਨੇ ਇਹ ਸਬਜ਼ੀ ਭਾਜੀ ਚੀਜ਼ ਬਣਾਈ ਹੈ, ਇਹ ਬਹੁਤ ਸੋਹਣੀ ਬਣਾਈ, ਬੜੀ ਸੁੰਦਰ ਬਣਾਈ ਹੈ। ਅਤੇ ਜਦੋਂ ਮਨੁੱਖ ਦਾ ਜੀਵਨ ਸੱਚ ਵਾਲਾ, ਸ਼ਰਧਾ ਵਾਲਾ, ਪ੍ਰੇਮ ਵਾਲਾ ਹੋ ਜਾਏ, ਅਤੇ ਦੂਸਰਾ ਮਨੁੱਖ ਵੀ ਦੇਖ ਕੇ ਕਹਿੰਦਾ ਵੀ ਤੂੰ ਇੰਨਾ ਸੁੰਦਰ ਕਿਵੇਂ ਬਣਿਆ, ਮੈਨੂੰ ਵੀ ਉਹ ਚੀਜ਼ ਸਿਖਾ ਦੇ। ਤੇਰਾ ਜੀਵਨ ਇੰਨਾ ਸੋਹਣਾ ਕਿਵੇਂ ਬਣਿਆ, ਸਾਨੂੰ ਦੂਸਰੇ ਪੁੱਛਣਗੇ ਵੀ ਮੈਨੂੰ ਵੀ ਇਹ ਜੁਗਤ ਸਿਖਾ ਦੇ।
ਤਾਂ ਜੋ ਮੇਰਾ ਜੀਵਨ ਵੀ ਇਸ ਤਰ੍ਹਾਂ ਦਾ ਬਣ ਜਾਵੇ, ਮੈਂ ਵੀ ਹਰਿਆ ਭਰਿਆ ਹੋ ਜਾਵਾਂ, ਮੈਂ ਵੀ ਖੁਸ਼ ਹੋ ਜਾਵਾਂ, ਮੈਂ ਵੀ ਖੁਸ਼ਹਾਲ ਹੋ ਜਾਵਾਂ। ਨਾਮ ਜਪਤ ਮਨ ਤਨ ਸਭ ਹਰਿਆ, ਕਲਮਲ ਦੋਖ ਸਗਲ ਪਰ ਹਰਿਆ। ਕਲਮਲ ਦਾ ਮਤਲਬ ਹੁੰਦਾ ਪਾਪ, ਦੋਖ ਦਾ ਮਤਲਬ ਹੁੰਦਾ ਵੀ ਦੋਸ਼ ਜਾਂ ਐਬ। ਕਲਮਲ ਦੋਖ ਸਗਲ ਪਰ ਹਰਿਆ, ਪਰ ਹਰਿਆ ਦਾ ਮਤਲਬ ਹੁੰਦਾ ਦੂਰ ਹੋ ਜਾਂਦੇ ਨੇ ਪਾਪ ਤੇ ਐਬ। ਧਿਆਨ ਦੇਣਾ, ਐਬਾਂ ਕਰਕੇ ਮਨੁੱਖ ਪਾਪ ਕਰਦਾ ਹੈ। ਕਲਮਲ ਦਾ ਮਤਲਬ ਪਾਪ ਤੇ ਦੋਖ ਦਾ ਮਤਲਬ ਲਿਖਿਆ ਐਬ। ਜਿਸ ਦੇ ਵਿੱਚ ਐਬ ਨਹੀਂ ਹੁੰਦੇ ਉਹ ਪਾਪੀ ਨਹੀਂ ਬਣਦਾ, ਮਤਲਬ ਪਾਪ ਹੀ ਨਹੀਂ ਕਰਦਾ। ਜਿਸ ਦੇ ਵਿੱਚ ਐਬ ਨੇ, ਦੇਖੋ ਮਾੜਾ ਬੋਲਣਾ ਐਬ ਹੈ, ਗਾਲਾਂ ਕੱਢਣਾ ਐਬ ਹੈ, ਨਿੰਦਿਆ ਚੁਗਲੀ ਕਰਨੀ ਐਬ ਹੈ, ਬੁਰਾ ਦੇਖਣਾ ਐਬ ਹੈ, ਮਾੜਾ ਸੁਣਨਾ ਐਬ ਹੈ, ਭੈੜੀ ਜਗ੍ਹਾ ਚੱਲ ਕੇ ਜਾਣਾ ਐਬ ਹੈ, ਹੱਥਾਂ ਦੇ ਨਾਲ ਕੋਈ ਮਾੜਾ ਕਰਮ ਕਰਨਾ ਐਬ ਹੈ। ਇਹ ਚੀਜ਼ਾਂ ਐਬ ਹੀ ਪਾਪ ਨੂੰ ਜਨਮ ਦਿੰਦੀਆਂ ਹਨ। ਐਬ ਜਿਹੜਾ ਹੈ ਮਨੁੱਖ ਦੇ ਅੰਦਰ ਜਿਹੜੀ ਘਾਟ ਹੈ, ਉਹ ਜਿਹੜੀ ਹੈ ਦੋਸ਼ ਜਾਂ ਪਾਪ ਨੂੰ ਜਨਮ ਦਿੰਦੀ ਹੈ। ਜਦੋਂ ਕੋਈ ਬੰਦਾ ਆਪਣੇ ਐਬ ਦੂਰ ਕਰਦਾ ਗਿਆ ਤੇ ਉਹਦੇ ਪਾਪ ਕਰਮ ਕੱਟੇ ਗਏ। ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ, ਜਦੋਂ ਕੋਈ ਆਪਣੇ ਅੰਦਰੋਂ ਐਬ ਦੂਰ ਕਰਦਾ ਗਿਆ ਤੇ ਉਹਦੇ ਜਿਹੜੇ ਪਾਪਾਂ ਵਾਲੀ ਮੈਲ, ਮਹਾਰਾਜ ਜੀ ਕਹਿੰਦੇ ਹੌਲੀ ਹੌਲੀ ਕੱਟੀ ਗਈ ਤੇ ਉਹ ਇੱਕ ਦਿਨ ਸਾਧੂ ਸੰਤ ਬਣ ਗਿਆ, ਕਿਉਂਕਿ ਉਸਨੇ ਆਪਣੇ ਐਬ ਦੂਰ ਕਰ ਲਏ। ਸੋ ਗੁਰੂ ਸਾਹਿਬ ਜੀ ਕਹਿੰਦੇ ਕਲਮਲ ਦੋਖ ਸਗਲ ਪਰ ਹਰਿਆ, ਸਾਰੇ ਉਸ ਦੇ ਦੋਖ ਪਾਪ ਐਬ ਜਿਹੜੇ ਨੇ ਦੂਰ ਹੋ ਜਾਂਦੇ ਨੇ। ਕਿਸ ਦੇ? ਨਾਮ ਜਪਤ ਮਨ ਤਨ ਸਭ ਹਰਿਆ, ਜਿਹੜੇ ਨਾਮ ਦੀ ਮਹਿਮਾ ਨੂੰ ਗਾਉਂਦੇ ਵੀ ਨੇ ਤੇ ਸੁਣਦੇ ਵੀ ਨੇ। ਪਰ ਬਾਣੀ ਵਿੱਚ ਇਹ ਜ਼ਰੂਰ ਲਿਖਿਆ ਵੀ ਬਾਣੀ ਚਾਹੇ ਕੋਈ ਕਥਾ ਦੇ ਰੂਪ ਦੇ ਵਿੱਚ, ਕੀਰਤਨ ਦੇ ਰੂਪ ਦੇ ਵਿੱਚ, ਆਸਾਦੀਵਾਰ ਦੇ ਰੂਪ ਦੇ ਵਿੱਚ, ਕਵੀਸ਼ਰੀਆਂ ਦੁਆਰਾ, ਢਾਡੀਆਂ ਦੁਆਰਾ, ਕਵੀਆਂ ਦੁਆਰਾ, ਗ੍ਰੰਥੀਆਂ ਦੁਆਰਾ, ਕਥਾਵਾਚਕਾਂ ਦੁਆਰਾ, ਰਾਗੀਆਂ ਢਾਡੀਆਂ ਦੁਆਰਾ ਕੋਈ ਵੀ ਸੁਣਾਵੇ, ਉਹ ਮਨ ਨੂੰ ਭਿੱਜ ਕੇ ਸੁਣਾਈ ਜਾਵੇ। ਮਤਲਬ ਪ੍ਰੇਮ ਨਾਲ, ਸ਼ਰਧਾ ਨਾਲ ਸੁਣਾਈ ਜਾਵੇ। ਤੇ ਜੇ ਪ੍ਰੇਮ ਭਾਵ ਦੇ ਨਾਲ ਸੁਣੀ ਨਾ ਗਈ, ਫਿਰ ਉਹ ਚੀਜ਼ ਜਿਹੜੀ ਹੈ ਬੜੀ ਵਾਰ ਸੁਣਦੇ ਉਹ ਅਸਰ ਨਹੀਂ ਕਰਦੀ। ਉਹ ਪੜ੍ਹੀ ਬਾਣੀ ਦਾ ਅਸਰ ਵੀ ਨਹੀਂ ਹੁੰਦਾ, ਉਹ ਕੀਤੀ ਕਥਾ ਦਾ ਅਸਰ ਵੀ ਨਹੀਂ ਹੁੰਦਾ, ਜਾਂ ਸੁਣੀ ਕਥਾ ਦਾ ਅਸਰ ਵੀ ਨਹੀਂ ਹੁੰਦਾ, ਜਿਹੜੀ ਮਨ ਲਾ ਕੇ ਨਾ ਕੀਤੀ ਜਾਏ। ਹੁਣ ਮੈਂ ਕਹਾਂ ਵੀ ਸੰਗਤ ਤੇ ਹਾਲ ਦੇ ਵਿੱਚ ਬਹੁਤ ਘੱਟ ਹੈ, ਮੈਨੂੰ ਮਨ ਲਾ ਕੇ ਕੀ ਕਰਨ ਦੀ ਜ਼ਰੂਰਤ ਹੈ? ਪਰ ਇੱਥੇ 10 ਪਾਤਸ਼ਾਹੀਆਂ ਹਾਜ਼ਰ ਨੇ, ਇੱਥੇ ਭਗਤ 15 ਹਾਜ਼ਰ ਨੇ। ਸਾਨੂੰ ਨਹੀਂ ਨਾ ਲੱਗਦੇ, ਬਹੁਤ ਘੱਟ ਲੱਗਦੇ ਨੇ, ਹਾਜ਼ਰ ਨੇ। ਇੱਥੇ ਭੱਟ ਜਾਂ ਗੁਰੂ ਦੇ ਸਿੱਖ ਸ਼ਹੀਦ ਹਾਜ਼ਰ ਲਿਖਿਆ, ਸਦਾ ਅੰਗ ਸੰਗੇ ਜਾਂ ਹਾਜ਼ਰਾ ਹਜ਼ੂਰ ਹੈ ਕਿ ਜਾਰਾ ਹਜ਼ੂਰ ਹੈ, ਵੀ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਮਤਲਬ ਉਹ ਸ਼ਬਦ ਰੂਪ ਦੇ ਵਿੱਚ ਹਾਜ਼ਰ ਹੈ, ਉਹ ਵੇਖਿਆ ਉਹਨਾਂ ਨਜ਼ਰ ਨਾਲ। ਸਾਨੂੰ ਨਹੀਂ ਗੁਰੂ ਨਾਨਕ ਮਹਾਰਾਜ ਜੀ ਦਿਸਦੇ, ਪਰ ਮਹਾਰਾਜ ਜੀ ਸਾਨੂੰ ਦੇਖਦੇ ਪਏ ਨੇ। ਇਸ ਕਰਕੇ ਇਹ ਮੰਨ ਕੇ ਚੱਲੀਦਾ ਵੀ ਅਸੀਂ ਭੀੜ ਨਹੀਂ ਦੇਖਣੀ, ਅਸੀਂ ਇਕੱਠ ਨਹੀਂ ਦੇਖਣਾ, ਅਸੀਂ ਸਿਰਫ ਦੇਖਣਾ ਵੀ ਸੱਚ ਦਾ ਸੌਦਾ ਕਿੱਥੇ ਮਿਲਦਾ। ਅਸੀਂ ਲੱਡੂ ਪੇੜੇ ਨਹੀਂ ਦੇਖਦੇ ਵੀ ਕਿੱਥੇ ਲੱਡੂ ਪੇੜਿਆਂ ਦੇ ਲੰਗਰ ਚੱਲਦੇ ਨੇ, ਉੱਥੇ ਚਲੀਏ ਖੀਰਾਂ ਖਾਈਏ। ਇੱਥੇ ਤੇ ਕਹਿੰਦੇ ਫਿੱਕਾ ਸਾਗ ਜਿਹੜਾ ਹੈ ਨਾ, ਉਹ ਖੀਰ ਦੇ ਸਮਾਨ ਮਹਾਰਾਜ ਜੀ ਪ੍ਰਵਾਨ ਕਰਦੇ ਨੇ। ਜਿਸ ਦੇ ਅੰਦਰ ਪ੍ਰੇਮ ਸ਼ਰਧਾ ਹੈ, ਜਿਹਦੇ ਕੋਲ ਨਾਮ ਬੰਦਗੀ ਹੈ, ਜਿੱਥੋਂ ਸੱਚ ਮਿਲਦਾ ਹੈ ਨਾ, ਉਹਦੇ ਸਾਹਮਣੇ ਦੁਨੀਆ ਦੀਆਂ ਚੀਜ਼ਾਂ, ਪਦਾਰਥ, ਖਾਣ ਪੀਣ ਦੀਆਂ ਚੀਜ਼ਾਂ ਫਿੱਕੀਆਂ ਨੇ। ਸਾਨੂੰ ਕਈ ਵਾਰ ਲੱਗਦਾ ਵੀ ਜਿਹੜਾ ਉਹ ਸਥਾਨ ਨਾ, ਇਤਿਹਾਸਿਕ ਸਥਾਨ, ਉੱਥੇ ਨਾ ਆਹ ਵੀ ਚੀਜ਼ ਬਣਦੀ ਹੈ, ਬੜੀਆਂ ਚੀਜ਼ਾਂ ਬਣਦੀਆਂ, 5-5 6-6 ਪਕਵਾਨ ਬਣਦੇ ਨੇ, ਵੀ ਉਹ ਬਹੁਤ ਚੰਗਾ। ਅਤੇ ਜਿੱਥੇ ਇਕੱਲੀ ਦਾਲ ਬਣਦੀ ਹੋਵੇ ਨਾ, ਕਹਿੰਦਾ ਉੱਥੇ ਕੋਈ ਪ੍ਰਬੰਧ ਇੰਨਾ ਵਧੀਆ ਨਹੀਂ, ਇੱਦਾਂ ਕਹਿ ਦਿੰਦੇ ਨਾ, ਉੱਥੇ ਇੰਨਾ ਪ੍ਰਬੰਧ ਵਧੀਆ ਨਹੀਂ। ਅਤੇ ਅਸਲ ਦੇ ਵਿੱਚ ਉੱਥੇ ਇਹ ਨਹੀਂ ਦੇਖਿਆ ਵੀ ਉੱਥੋਂ ਜਿਹੜਾ ਰਸ ਮਿਲਦਾ ਸੀ ਅਸਲੀ, ਮਹਾਰਸ ਜਿਹਨੂੰ ਕਹਿੰਦੇ ਨੇ, ਨਾਮ ਦਾ ਰਸ, ਕੀਰਤਨ, ਕਥਾ,
ਗੁਰਬਾਣੀ ਖੁਰਾਕ ਤੇ ਅਸਲੀ ਉਹ ਖਾਣੀ ਸੀ, ਉਹਦੇ ਬਾਰੇ ਕਿਸੇ ਨੇ ਵਿਚਾਰ ਹੀ ਨਹੀਂ ਕੀਤੀ ਵੀ ਉੱਥੇ ਵਧੀਆ ਰਸ ਮਿਲਦਾ ਹੈ, ਉੱਥੇ ਜਾਣਾ ਚਾਹੀਦਾ। ਇਹ ਜਿੱਥੇ ਲੰਗਰ ਵਧੀਆ ਪੱਕਦਾ ਹੈ ਨਾ, ਸਾਡਾ ਮਨ ਉੱਥੇ ਜਾਂਦਾ। ਗੁਸਤਾਖੀ ਮਾਫ, ਸਾਰਿਆਂ ਦੀ ਗੱਲ ਨਹੀਂ, ਬਿਰਲੇ ਬਿਰਲੇ ਹੋਣਗੇ ਜਿਹੜੇ ਜਿੱਥੇ ਸੋਹਣਾ ਕੀਰਤਨ ਕਥਾ ਚੱਲਦੀ ਹੋਵੇ ਉਹ ਇਕੱਲਾ ਉਹ ਸੁਣ ਜਾਂਦੇ ਹੋਣ, ਨਹੀਂ ਤਾਂ ਜ਼ਿਆਦਾ ਜਿਹੜੀ ਦੁਨੀਆ ਉਹ ਖਾਣ ਵੱਲ ਪ੍ਰੇਰਿਤ ਹੁੰਦੀ ਹੈ। ਗੁਰਬਾਣੀ ਦੇ ਵਿੱਚ ਮਨਾ ਕਰ ਦਿੱਤਾ, ਨਾ ਭਾਈ ਨਾ ਖਾ, ਨਾ ਖਾ। ਇੱਕ ਦਿਨ ਖਾਣਾ ਛੱਡ ਕੇ ਦੇਖ ਲੈ, ਇੱਕ ਦਿਨ ਖਾਣਾ ਛੱਡ ਕੇ ਦੇਖ ਲੈ, ਦੂਜੇ ਦਿਨ ਦਵਾਈ ਅੱਧੀ ਹੋ ਜਾਏਗੀ ਜਿਹੜੀ ਤੂੰ ਖਾਨਾ। ਧਿਆਨ ਦੇਣਾ, ਇੱਕ ਦਿਨ ਖਾਣਾ ਛੱਡ ਕੇ ਦੇਖ ਲੈ, ਜਲ ਛੱਕ ਕੇ ਦੇਖ ਲੈ, ਜਾਂ ਸਿੰਪਲ ਮੈਂ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਕੋਈ ਸਲਾਦ ਖਾ ਕੇ ਦੇਖ ਲੈ, ਰੋਟੀ ਪਾਣੀ ਛੱਡ ਦੇ। ਹੋਰ ਜਿਹੜੀਆਂ ਕਿੰਨੀਆਂ ਚੀਜ਼ਾਂ ਖਾਣਾ ਛੱਡ ਕੇ ਦੇਖ ਲੈ, ਦਵਾਈ ਤੇਰੀ ਕਾਫੀ ਘਟ ਜਾਏਗੀ। ਕਿਉਂਕਿ ਬਾਣੀ ਵਿੱਚ ਕਹਿੰਦੇ ਨੇ ਪਦਾਰਥ ਰੋਗੀ ਤੇ ਭੋਗੀ ਬਣਾਉਂਦੇ ਨੇ। ਸੰਸਾਰ ਦੇ ਰਸ ਜਿਹੜੇ ਨੇ ਰੋਗੀ ਤੇ ਭੋਗੀ ਬਣਾਉਂਦੇ ਨੇ। ਸਰੀਰ ਇੱਕ ਮਸ਼ੀਨ ਹੈ, ਧਿਆਨ ਦੇਣਾ, ਜਿੰਨੀ ਕੋਈ ਮਸ਼ੀਨ ਨੂੰ ਜ਼ਿਆਦਾ ਚਲਾਵੇਗਾ ਓਨੀ ਹੀ ਮਸ਼ੀਨ ਖਤਮ ਹੋ ਜਾਏਗੀ, ਘਸ ਜਾਏਗੀ। ਜਿਹੜੇ ਸਾਡੇ ਬਾਡੀ ਦੇ ਇੰਟਰਨਲ ਜਾਂ ਅੰਦਰਲੇ ਪਾਰਟ ਨੇ, ਜਿਹੜੀ ਸਾਡੀ ਪਾਚਨ ਸ਼ਕਤੀ ਇੱਕ ਕਹਿੰਦੇ ਆ ਨਾ ਅਸੀਂ, ਇੱਕ ਅਸੀਂ ਕਹਿੰਦੇ ਹਾਂ ਪਾਚਨ ਸ਼ਕਤੀ, ਇੱਕ ਅਸੀਂ ਕਹਿੰਦੇ ਹਾਂ ਸਾਡਾ ਲੀਵਰ, ਇੱਕ ਅਸੀਂ ਕਹਿੰਦੇ ਹਾਂ ਸਾਡਾ ਹਾਰਟ, ਇੱਕ ਅਸੀਂ ਕਹਿੰਦੇ ਹਾਂ ਸਾਡਾ ਦਿਲ, ਮਤਲਬ ਸਾਡੇ ਗੁਰਦੇ ਜਾਂ ਸਾਡਾ ਪੇਟ। ਜਦੋਂ ਸਾਡੇ ਅੰਦਰ, ਧਿਆਨ ਦੇਣਾ, ਸਾਡੇ ਅੰਦਰ ਕੋਈ ਅੱਧਾ ਕਿਲੋ 2 ਕਿਲੋ ਖੁਰਾਕ ਜਾਂਦੀ ਹੈ, ਸਾਰਾ ਸਿਸਟਮ ਐਕਟਿਵ ਹੁੰਦਾ। ਸਾਡੀ ਕਿਡਨੀ ਜਿਹੜੀ ਹੈ ਉਹ ਵੀ ਕੰਮ ਕਰਨੀ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਬਲੱਡ ਜਿਹੜਾ ਉਹ ਵੀ ਤੇਜ਼ ਹੋਣਾ ਸ਼ੁਰੂ ਹੋ ਜਾਂਦਾ, ਪਾਚਨ ਕਿਰਿਆ ਜਿਹੜੀ ਹੈ ਉਹ ਵੀ ਮਤਲਬ ਸਰਕਲ ਵਿੱਚ ਆ ਜਾਂਦੀ ਹੈ। ਅਤੇ ਜਿਹੜਾ ਸਾਡਾ ਸਾਹ ਹੈ ਨਾ, ਧਿਆਨ ਦੇਣਾ, ਜੇ ਕਿਸੇ ਨੇ ਪੇਟ ਭਰ ਕੇ ਖਾਣਾ ਖਾ ਲਿਆ ਉਹਦੇ ਸਾਹ ਵੀ ਫੁੱਲਣੇ ਸ਼ੁਰੂ ਹੋ ਜਾਂਦੇ ਨੇ ਔਖੇ। ਧਿਆਨ ਦੇਣਾ, ਇਹਦਾ ਮਤਲਬ ਸਾਰੀ ਮਸ਼ੀਨਰੀ ਚੱਲ ਪਈ, ਤੁਰ ਪਈ। ਜਦੋਂ ਮਸ਼ੀਨਰੀ ਨੇ ਸਾਡੀ ਨੇ ਚੱਲਣਾ ਅਤੇ ਉਹਦਾ ਅਸਰ ਸਾਡੀ ਬਾਡੀ 'ਤੇ ਪੈਣਾ, ਦਿਮਾਗ 'ਤੇ ਪੈਣਾ, ਸਾਡੇ ਅੰਗਾਂ 'ਤੇ ਵੀ ਪੈਣਾ। ਅਤੇ ਉਸ ਖੁਰਾਕ ਨੇ ਹੁਣ ਪਤਾ ਨਹੀਂ ਸਾਨੂੰ ਸਹੀ ਰੱਖਣਾ ਕਿ ਗਲਤ ਰੱਖਣਾ। ਹੁਣ ਇਹ ਤਾਂ ਸਾਨੂੰ ਪਤਾ ਨਹੀਂ ਅਸੀਂ ਕੀ ਖਾਧਾ, ਅਸੀਂ ਕੀ ਖਾਧਾ ਸਾਨੂੰ ਪਤਾ ਵੀ ਇਸ ਖੁਰਾਕ ਨੇ ਸਾਨੂੰ ਹੁਣ ਸਹੀ ਰੱਖਣਾ ਕਿ ਗਲਤ ਰੱਖਣਾ। ਇਸ ਕਰਕੇ ਗੁਰੂ ਸਾਹਿਬ ਸਾਨੂੰ ਨਾ ਦੱਸ ਰਹੇ ਨੇ, ਸਾਨੂੰ ਮਤਲਬ ਅਸਲੀ ਜੀਵਨ ਜਿਉਣ ਦੀ ਜਿਹੜੀ ਜਾਂਚ ਹੈ ਉਹ ਦੱਸਦੇ ਨੇ ਬਾਣੀ ਦੁਆਰਾ, ਤੁਕਾਂ ਦੁਆਰਾ। ਇਹ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ, ਪਸ਼ੂਆ ਜਿਉਂ ਸੋਇਓ, ਮਾਨੁਖ ਜਨਮ ਹੈ ਹਾਰਿਓ ਹੈ। ਜਿੰਨਾ ਮਨੁੱਖ ਬਹਿ ਕੇ ਨਿੱਠ ਕੇ ਖਾਣ ਵਾਲੀ ਚੀਜ਼ ਨੂੰ ਸ਼ੌਂਕ ਨਾਲ ਖਾਂਦਾ ਹੈ ਨਾ, ਉਹਨਾਂ ਨਿੱਠ ਕੇ ਬੈਠ ਕੇ ਗੁਰਬਾਣੀ ਕਥਾ ਕੀਰਤਨ ਕੋਈ ਬਿਰਲਾ ਬਿਰਲਾ ਸੁਣਦਾ। ਧਿਆਨ ਦੇਣਾ, ਜਿਵੇਂ ਕੋਈ ਵਿਆਹ ਸ਼ਾਦੀ ਹੋਵੇ ਨਾ, ਐਨ ਪੂਰਾ ਚੰਗੀ ਤਰ੍ਹਾਂ ਬਹਿ ਕੇ ਨਿੱਠ ਕੇ ਜਿੰਨੇ ਸ਼ੌਂਕ ਨਾਲ ਉਹ ਖਾਣ ਵਾਲੇ ਪਦਾਰਥ ਖਾਂਦਾ ਨਾ, ਓਨੇ ਸ਼ੌਂਕ ਦੇ ਨਾਲ ਨਿਤਨੇਮ ਨਹੀਂ ਮਨ ਕਰਦਾ। ਮਨ ਕਹਿੰਦਾ ਹਾਂ ਛੇਤੀ ਮੁੱਕ ਜਾਏ ਤੇ ਚੰਗਾ, ਛੇਤੀ ਮੁੱਕ ਜਾਏ ਤੇ ਚੰਗਾ। ਜਿਹੜੀ 3 ਘੰਟੇ ਦੀ ਫਿਲਮ ਦੇਖਦਾ ਨਾ, ਕਹਿੰਦਾ ਇਹ ਚੱਲਦੀ ਰਹੇ, ਇਹ ਨਾ ਮੁੱਕੇ 4 ਘੰਟੇ ਦੀ ਬਣ ਜਾਏ। ਅਤੇ ਜਿਹੜਾ ਨਿਤਨੇਮ ਹੈ ਨਾ ਜਪਜੀ ਸਾਹਿਬ, ਜੇ 20 ਮਿੰਟ ਦਾ ਤਾਂ ਕਹਿੰਦਾ 8 ਮਿੰਟ ਦਾ ਬਣ ਜਾਏ, ਬਣ ਜਾਂਦਾ। ਵੈਸੇ ਜੇ ਕਹਿੰਦਾ 1 ਘੰਟੇ ਦਾ ਨਿਤਨੇਮ ਹੈ ਅਤੇ 40 ਮਿੰਟ ਦਾ ਬਣ ਜਾਏ, ਉਹ ਵੀ ਬਣ ਜਾਂਦਾ। ਜਦੋਂ ਅਸੀਂ ਬੋਲ ਕੇ ਕਰਾਂਗੇ ਤਾਂ ਉਹਨੂੰ ਟਾਈਮ ਜ਼ਿਆਦਾ ਲੱਗੇਗਾ, ਸਾਇਲੈਂਟ ਕਰਾਂਗੇ ਤਾਂ ਘੱਟ ਲੱਗੇਗਾ। ਇਸ ਕਰਕੇ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ, ਸੋਈ ਦਿਵਸ ਭਲਾ ਮੇਰੇ ਭਾਈ। ਉਹ ਦਿਨ ਤੇਰਾ ਬਹੁਤ ਚੰਗਾ ਹੈ, ਭਾਈ ਦਾ ਮਤਲਬ ਮੇਰੇ ਵੀਰ। ਸੋਈ ਦਿਵਸ ਭਲਾ ਮੇਰੇ ਭਾਈ, ਹਰ ਗੁਣ ਗਾਏ ਪਰਮਗਤ ਪਾਈ। ਉਹ ਦਿਨ ਭਲਾ, ਉਹ ਦਿਨ ਸੁਲੱਖਣਾ, ਉਹ ਦਿਨ ਚੰਗਾ, ਹਰ ਗੁਣ ਗਾਏ ਪਰਮਗਤ ਪਾਈ। ਜਿਸ ਦਿਨ ਹਰੀ ਦੇ ਗੁਣ ਦੁਆਰਾ ਵਧੀਆ ਅਵਸਥਾ ਤੈਨੂੰ ਪ੍ਰਾਪਤ ਹੋਵੇ, ਉਹ ਦਿਨ ਚੰਗਾ ਹੈ, ਉਹ ਰੁੱਤ ਚੰਗੀ, ਉਹ ਵਾਰ ਚੰਗਾ ਹੈ। ਜਿਸ ਦਿਨ ਜਿਸ ਵਾਰ ਉਹ ਪ੍ਰਮਾਤਮਾ ਚਿੱਤ ਆਵੇ, ਉਹ ਵਾਰ ਵੀ ਚੰਗਾ, ਉਹ ਪੰਚਕਾਂ ਵਾਲਾ ਦਿਨ ਵੀ ਚੰਗਾ,
ਤੇ ਧਿਆਨ ਦੇਣਾ, ਜੇ ਪਰਮੇਸ਼ਰ ਭੁੱਲਿਆ ਹੋਇਆ ਨਾ ਤੇ ਸ਼ਗਨਾਂ ਵਾਲਾ ਦਿਨ ਵੀ ਨਹੀਂ ਚੰਗਾ। ਲੋਕੀ ਸ਼ਗਨਾਂ ਵਾਲੇ ਦਿਨ ਨੂੰ ਵੀ ਇੱਕ ਦਿਨ ਉਲਾਂਭਾ ਦਿੰਦੇ ਨੇ ਜਦੋਂ ਦੁਖੀ ਹੁੰਦੇ ਨੇ ਵੀ ਉਹ ਦਿਨ ਹੀ ਭੈੜਾ ਸੀ ਸਾਡੇ ਲਈ ਜਿਹੜਾ ਇਹ ਸ਼ਗਨਾਂ ਦਿਨ ਸੀ। ਆਉਂਦੀ ਹੈ ਨਾ ਇੱਕ ਵਿਚਾਰ, ਜੇ ਮਨੁੱਖ ਦੀ ਆਤਮਿਕ ਅਵਸਥਾ ਚੰਗੀ ਹੈ ਤੇ ਭਾਵੇਂ ਕੋਈ ਦਿਨ ਕੈਸਾ ਵੀ ਕਿਉਂ ਨਾ ਹੋਵੇ, ਰੁੱਤ ਜਿਹੋ ਜਿਹੀ ਮਰਜ਼ੀ ਹੋਵੇ, ਮਹਾਰਾਜ ਜੀ ਕਹਿੰਦੇ ਸਭੇ ਰੁੱਤੀ ਚੰਗੀਆਂ, ਸਾਰੇ ਦਿਨ ਭਲੇ, ਸਾਰੀਆਂ ਰੁੱਤਾਂ ਚੰਗੀਆਂ, ਸਾਰਾ ਸਮਾਂ ਚੰਗਾ। ਜਿਵੇਂ ਆਮ ਕਰਕੇ ਸਾਨੂੰ ਪੁੱਛਿਆ ਜਾਂਦਾ ਵੀ ਪੰਚਕਾਂ ਕਦੋਂ ਨੇ, ਇਹ ਚੀਜ਼ ਮੈਂ ਵੈਸੇ ਕਲੀਅਰ ਕਰਦਾ, ਸਾਨੂੰ ਡਿਊਟੀ ਦੇ ਤੌਰ 'ਤੇ ਦੱਸਣਾ ਪੈਂਦਾ। ਇਹ ਬਾਹਮਣਾਂ ਨੂੰ ਜਾਂ ਪੰਡਤਾਂ ਨੂੰ ਪੁੱਛਣਾ ਚਾਹੀਦਾ, ਉਹਨਾਂ ਕੋਲੋਂ ਪੁੱਛਿਆ ਕਰੋ। ਗੁਰੂ ਘਰ ਦੇ ਵਜ਼ੀਰ ਕੋਲੋਂ ਪੁੱਛਣਾ ਤੋਹੀਨ ਹੈ। ਬਾਕੀ ਜੇ ਅਸੀਂ ਨਾ ਦੱਸਿਆ ਫਿਰ ਆਪਾਂ ਗੱਲਾਂ ਕਰਨੀਆਂ ਨੇ, ਲੈ ਜੀ ਇਹ ਭਾਈ ਸਾਹਿਬ ਤੇ ਇਸ ਤਰ੍ਹਾਂ ਦੇ ਨੇ। ਭਈ ਜਿਹੜਾ ਅਸੂਲ ਹੈ, ਜਿਹੜੀ ਮਰਿਆਦਾ ਹੈ, ਸਾਨੂੰ ਨਹੀਂ ਵੈਸੇ ਹੁਕਮ ਵੀ ਕਿਸੇ ਨੂੰ ਅਸੀਂ ਪੰਚਕਾਂ ਦੱਸੀਏ, ਕਿਸੇ ਨੂੰ ਅਸੀਂ ਸ਼ਰਾਧ ਦੱਸੀਏ। ਵਾਏ ਸਾਡਾ ਵਿਸ਼ਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ। ਪਰ ਨਾਰਾਜ਼ ਹੋ ਜਾਣਾ, ਬਹੁਤਿਆਂ ਨੇ ਨਾਰਾਜ਼ ਹੋ ਜਾਣਾ, ਪਰ ਅਸੀਂ ਸੱਚੀ ਗੱਲ ਕਹਿ ਦੇਣੀ ਹੈ, ਕਿਉਂਕਿ ਅਸੀਂ ਤਾਂ ਨਾ ਝੂਠੇ ਹੋਏ ਹੋ ਗੁਰੂ ਸਾਹਿਬ। ਅਸੀਂ ਤਾਂ ਦੱਸ ਦਿੱਤਾ ਵੀ ਇਹ ਚੀਜ਼ ਸਾਡੇ 'ਚ ਨਹੀਂ ਹੈ, ਸਾਨੂੰ ਪੁੱਛਣਾ ਗਲਤ ਹੈ। ਜਿਸ ਦਿਨ ਸਾਡੇ ਘਰ ਜੀ ਜੰਮਦਾ, ਕੋਈ 3-2 ਧੀਆਂ ਦੇ ਬਾਅਦ ਪੁੱਤਰ ਪੈਂਚਕਾਂ ਵਿੱਚ ਜਾਂ ਸ਼ਰਾਧਾਂ ਵਿੱਚ ਜੰਮੇ, ਕਿ ਉਹ ਦਿਨ ਖੁਸ਼ੀ ਨਹੀਂ ਮਨਾਉਂਦੇ? ਮਨਾਉਂਦੇ ਆ ਨਾ, ਮਨਾਈ ਦੀ ਹੈ, ਕੁਛ ਨਹੀਂ ਹੁੰਦਾ। ਇਹ ਸਿਰਫ ਸਾਨੂੰ ਵਹਿਮ ਭਰਮ ਪਾ ਕੇ ਮਨੂ ਸਿਮਰਤੀ, ਕਦੀ ਗ੍ਰੰਥ ਅਸੀਂ ਦੇਖਿਆ ਨਹੀਂ ਨਾ, ਉਹ ਪੜ੍ਹ ਲੈਣਾ ਇੱਕ ਵਾਰੀ ਤੇ ਸੁਪਨੇ ਵੀ ਸਾਡੇ ਖਰਾਬ ਹੋ ਜਾਣਗੇ। ਜੇ ਮਨੂ ਸਿਮਰਤੀ ਕਿਤੇ ਪੜ੍ਹ ਲਈ, ਉਹਨਾਂ ਨੇ ਸਾਡੇ ਜੜ੍ਹਾਂ ਦੇ ਵਿੱਚ ਬੀਜਿਆ ਕੀ ਹੈ ਤੇ ਹੁਣ ਵੀ ਕੀ ਚੱਲਦਾ ਪਿਆ, ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਨੂੰ ਇਸ ਤਰੀਕੇ ਦੇ ਨਾਲ ਡੋਜ਼ ਦਿੱਤੀ ਜਾ ਰਹੀ ਹੈ, ਸਾਨੂੰ ਇੱਦਾਂ ਲੱਗਦਾ ਇਹ ਸਾਡੇ ਲਈ ਦਵਾਈ ਬਣੀ, ਉਹ ਸਾਡੀ ਨਹੀਂ ਹੈ। ਸਾਡੀ ਜਿਹੜੀ ਹੈ ਨਾ, ਇੱਕ ਛੋਟੀ ਜਿਹੀ ਪੁਸਤਕ ਹੈ ਰਹਿਤ ਮਰਿਆਦਾ, ਜਾਂ ਐਪ ਵਿੱਚ ਭਰ ਲਓ ਪਲੇ ਸਟੋਰ 'ਚੋਂ, ਐਪ ਵਿੱਚੋਂ ਰਹਿਤ ਸਿੱਖ ਰਹਿਤ ਮਰਿਆਦਾ। ਅਸੀਂ ਉਹ ਦੇਖਣੀ ਹੈ। ਜੇ ਉਹਦੇ ਵਿੱਚ ਪੰਚਕਾਂ ਲਿਖੀਆਂ, ਉਹਦੇ ਵਿੱਚ ਸ਼ਰਾਧ ਲਿਖੇ, ਉਹਦੇ ਵਿੱਚ ਹੋਰ ਰੱਖੜੀ ਲਿਖੀ ਜਾਂ ਹੋਰ ਕੋਈ ਚੀਜ਼ਾਂ ਨੇ, ਉਹ ਜੇ ਅਸੀਂ ਖੁੱਲ੍ਹ ਕੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਨਾਂ ਨੂੰ ਠੇਸ ਲੱਗਦੀ ਹੈ। ਪਰ ਕੀ ਕਰਨਾ, ਜਿਹੜੀ ਸੱਚੀ ਗੱਲ ਹੈ ਉਹ ਸਾਨੂੰ ਦੱਸ ਦਿੱਤੀ ਗਈ। ਰਹਿਤ ਮਰਿਆਦਾ ਨੂੰ ਪੜ੍ਹ ਕੇ ਦੇਖੀਏ ਤੇ ਅਸੀਂ ਉਹਦੀ ਡਿਸਕਸ਼ਨ ਬਹੁਤ ਘੱਟ ਕਰਦੇ ਹਾਂ। ਮੈਂ ਸਾਫ਼ ਕਹਿੰਦਾ, ਗੁਰੂ ਘਰਾਂ ਦੇ ਵਿੱਚ ਬਹੁਤਿਆਂ ਵਿੱਚ ਨਹੀਂ ਹੁੰਦੀ। ਉਹ ਕਹਿੰਦੇ ਛੱਡੋ ਪਰਾਂ, ਕੀ ਕਰਨਾ, ਕਿਉਂਕਿ ਜੇ ਅਸੀਂ ਇਹ ਕਰਾਂਗੇ ਤਾਂ ਇਹ ਸੰਸਾਰ ਨੂੰ ਚੰਗੀ ਨਹੀਂ ਲੱਗਣੀ ਚੀਜ਼। ਇਸ ਕਰਕੇ ਰਹਿਤ ਮਰਿਆਦਾ ਜਿਹੜੀ ਹੈ, ਇਹ ਸਾਨੂੰ ਜੀਵਨ ਜਿਉਣ ਦੀ ਜਾਚ ਦੱਸਦੀ ਹੈ, ਜੀਵਨ ਜਾਚ ਸਿਖਾਉਂਦੀ ਹੈ, ਸਾਨੂੰ ਚੰਗੇ ਪਾਸੇ ਲਾਉਂਦੀ ਹੈ। ਸੋ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਸਾਧ ਜਿਨਾ ਕੇ ਪੂਜੇ ਪੈਰ। ਜਿਹੜਾ ਮਨੁੱਖ ਗੁਰਮੁਖ ਪਿਆਰਿਆਂ ਦੀ ਸੰਗਤ ਕਰਦਾ, ਜਿਹੜਾ ਸਤਿਪੁਰਖਾਂ ਦਾ ਸਤਿਕਾਰ ਕਰਦਾ, ਮਿਟੇ ਉਪਦਰਹਿ। ਉਪਦਰੇ ਦਾ ਮਤਲਬ ਹੁੰਦਾ ਵੀ ਕੋਈ ਮਖੌਲ, ਛੇੜਖਾਨੀ, ਇੱਦਾਂ ਦੀਆਂ ਚੀਜ਼ਾਂ। ਮਿਟੇ ਉਪਦਰਹਿ ਮਨ ਤੇ ਬੈਰ। ਉਸ ਦੇ ਮਨ ਦੇ ਵਿੱਚੋਂ ਉਪੱਦਰ, ਬੈਰ ਮਿਟ ਜਾਂਦੇ ਹਨ। ਗੁਰ ਪੂਰੇ ਮਿਲ ਝਗਰ ਚੁਕਾਇਆ। ਗੁਰੂ ਦੇ ਨਾਲ ਮਿਲ ਕੇ ਵਿਕਾਰਾਂ ਦਾ ਰੌਲਾ ਮੁੱਕ ਜਾਂਦਾ ਹੈ। ਜਿਸ ਮਨ ਵਸਿਆ ਹਰ ਕਾ ਨਾਮ, ਨਾਨਕ ਤਿਸ ਉੱਪਰ ਕੁਰਬਾਨ। ਜਿਸ ਮਨੁੱਖ ਦੇ ਮਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਦਾ ਨਾਮ, ਮਹਾਰਾਜ ਜੀ ਕਹਿੰਦੇ, ਵਸਿਆ ਤੇ ਉਸ ਤੋਂ ਮੈਂ ਹਮੇਸ਼ਾ ਸਦਕੇ ਜਾਨਾ, ਕੁਰਬਾਨ ਜਾਨਾ, ਉਹਦਾ ਭਲਾ ਮੰਗਦਾ ਹਾਂ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਗੁਰੂ ਸਾਹਿਬ ਨੇ ਸਾਨੂੰ ਮਿਹਰ ਕਿਰਪਾ ਕਰਕੇ ਬਖਸ਼ਿਸ਼ ਕੀਤੀ ਆ। ਇਸ ਦਾ ਭਾਵ ਅਰਥ ਮਹਾਰਾਜ ਜੀ ਸਭ ਦੇ ਹਿਰਦਿਆਂ ਵਿੱਚ ਵਸਾ ਕੇ ਸਭ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।